ਪੈਟਰੋਲ ਵਾਲੇ ਟੂ ਵੀਲਰਸ ਜਿਹੜੇ ਨੇ ਉਹ ਬੰਦ ਹੋਣ ਜਾ ਰਹੇ ਨੇ। ਤੁਸੀਂ ਜੇ ਅੱਜ ਤੋਂ ਬਾਅਦ ਖਰੀਦਣਾ ਸਿਰਫ ਈਵੀ ਖਰੀਦਣਾ ਹੈ। ਈਵੀ ਤੋਂ ਭਾਵ ਇਲੈਕਟ੍ਰੋਨਿਕ ਗੱਡੀ ਖਰੀਦਣੀ ਹੈ ਜਿਹੜੀ ਕਿ बैटरी ਨਾਲ ਚੱਲਦੀ है, जिस कोई पेट्रोल नहीं, कोई डीजल नहीं। हरियाणा से पंजाब से आने को गाड़ियाँ बंद कर रहे हो। फिर तीसरी बात ये है, गवर्नमेंट, चंडीगढ़ गवर्नमेंट सारी गाड़ियाँ उनके पास आज के दिन पेट्रोल डीजल है। क्या उन्होंने अपने गाड़ियों को, स्टाफ को कह दिया भी आज के बाद इलेक्ट्रिक चलेगा और टू व्हीलर कोई पेट्रोल डीजल गाड़ी के अंदर दफ्तर में नहीं आएगा? उनके पास है नहीं है। गवर्नर साहब के यहाँ 30 गाड़ियों का काफिला है, कौन सी इलेक्ट्रिक है? कस्टमर से आपकी बात होती होगी, कस्टमर क्या प्रेफर कर रहा है आज भी, ईवी व्हीकल या पेट्रोल व्हीकल? आते हैं ईवी के बारे में, ईवी के बारे में पूछते हैं। क्या चंडीगढ़ को इन्नी इलैक्ट्रिसिटी है कि और क्योंकि जो ईवी आ जाएंगे डबल हो जाएगा इलैक्ट्रिसिटी का। इस पहले तो पूरे शहर ਨੂੰ ਬਾਹਰੋਂ ਲੈ ਕੇ ਤੇ ਬਿਜਲੀ ਦੇ ਰਹੇ हैं, ਜਦੋਂ ਡਬਲ ਹੋ ਜਾਏਗੀ ਇਲੈਕਟ੍ਰਿਸਿਟੀ ਤੇ ਉਹ ਕਿੱਥੋਂ ਪੂਰੀ ਕਰਨਗੇ? ਚਾਰਜਿੰਗ ਨੂੰ ਤੁਸੀਂ ਰਿਸਕਫੁਲ ਕਿੱਦਾਂ ਮੰਨਦੇ ਹੋ? ਜੇ ਆਪਾਂ ਬੈਟਰੀ ਲਾ ਕੇ ਛੱਡ ਦਾਂਗੇ, ਚਾਰਜਿੰਗ ਰਿਸਕਫੁਲ ਹੈ? ਬਿਲਕੁਲ ਰਿਸਕਫੁਲ ਹੈ ਜੀ। ਇਹਦੇ 'ਚ ਕਦੀ ਵੀ ਅੱਗ ਲੱਗ ਸਕਦੀ ਹੈ। ਇਹਨਾਂ ਨੇ ਚੰਡੀਗੜ੍ਹ 'ਚ ਜਿਹੜੀ ਹੈ ਬੰਦ ਕਰ ਰਹੇ ਆ, ਇਹਦੇ ਨਾਲ 17 ਡੀਲਰਸ਼ਿਪਸ ਬੰਦ ਹੋ ਜਾਣਗੇ। ਸਾਡੇ 2500 EMPLOYਜ਼ ਹੈ ਸਾਰੀ ਡੀਲਰशिप्स ਦੇ, ਉਹ ਸਾਰੇ बेरोजगार हो जाएंगे। फोर व्हीलर की प्रॉब्लम भी यही है। अब देखिए ये शोरूम बराबर में खड़ा है होंडा का, इसने अभी कम से कम भी 2-2.5 करोड़ रुपए लगा के सारा रेनोवेट किया 1 साल पहले। इसी तरह मर्सिडीज़ के हैं, ऑडी के हैं, सबके शोरूम हैं। अगर ये सारे बंद हो जाएंगे, गवर्नमेंट का रेवेन्यू गया। ਅੱਜ 12 ਜੂਨ ਹੈ, 18 ਦਿਨਾਂ ਬਾਅਦ 30 ਜੂਨ ਤੋਂ ਬਾਅਦ ਜੇਕਰ ਤੁਸੀਂ ਕੋਈ ਆਪਣਾ ਪੈਸੇ ਖਰਚ ਕੇ, ਤੁਸੀਂ ਕੋਈ 60-70-80 ਹਜ਼ਾਰ ਰੁਪਏ ਖਰਚ ਕੇ ਆਪਣੇ ਪੈਸੇ ਜੋੜ ਕੇ ਕੋਈ ਟੂ ਵੀਲਰ ਲੈ ਕੇ ਆਉਂਗੇ ਜਿਹੜਾ ਪੈਟਰੋਲ ਨਾਲ ਚੱਲਦਾ ਹੈਗਾ, ਭਾਵੇਂ ਉਹ ਸਕੂਟਰ ਹੋਏਗਾ, ਮੋਟਰਸਾਈਕਲ ਹੋਏਗਾ, ਬਾਈਕ ਹੋਏਗੀ, ਤਾਂ ਤੁਸੀਂ ਆਪਣੇ ਪੈਸੇ ਮਿੱਟੀ ਕਰ ਲਓਗੇ, ਬਰਬਾਦ ਕਰ ਲਓਗੇ। ਜੇਕਰ ਚੰਡੀਗੜ੍ਹ ਪ੍ਰਸ਼ਾਸਨ ਦੇ ਅਸੀਂ ਹੁਕਮਾਂ ਨੂੰ ਲਾਗੂ ਕਰਾਂਗੇ, ਜੇ ਉਹਨਾਂ ਨੂੰ ਸਹੀ ਸਮਝਾਂਗੇ ਤਾਂ। कि एडमिनिस्ट्रेशन का जो फैसला है एनवायरनमेंट को हमने पॉल्यूशन फ्री बनाना है, बहुत अच्छी बात है। आज के दिन मोटरसाइकिल कोई पेट्रोल इलेक्ट्रिक का नहीं है। स्कूटर के अंदर अगर है पेट्रोल का है 80-85 हज़ार का, और वही स्कूटर इलेक्ट्रिक का लो तो वो है 1-1.5 लाख का, 1,60,000 का, ये सब्सिडी के बाद। ਸੋ ਹਾਲ ਹੀ ਦੇ ਵਿੱਚ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੇ ਇੱਕ ਹੁਕਮ ਜਾਰੀ ਹੋਏ ਨੇ ਕਿ ਅੱਜ ਤੋਂ 18 ਦਿਨਾਂ ਬਾਅਦ, ਅੱਜ 12 ਜੂਨ ਹੈ, 18 ਦਿਨਾਂ ਬਾਅਦ 30 ਜੂਨ ਤੋਂ ਬਾਅਦ ਜੇਕਰ ਤੁਸੀਂ ਕੋਈ ਆਪਣਾ ਪੈਸੇ ਖਰਚ ਕੇ, ਤੁਸੀਂ ਕੋਈ 60-70-80 ਹਜ਼ਾਰ ਰੁਪਏ ਖਰਚ ਕੇ ਆਪਣੇ ਪੈਸੇ ਜੋੜ ਕੇ ਕੋਈ ਟੂ ਵੀਲਰ ਲੈ ਕੇ ਆਉਂਗੇ ਜਿਹੜਾ ਪੈਟਰੋਲ ਨਾਲ ਚੱਲਦਾ ਹੈਗਾ, ਭਾਵੇਂ ਉਹ ਸਕੂਟਰ ਹੋਏਗਾ, ਮੋਟਰਸਾਈਕਲ ਹੋਏਗਾ, ਬਾਈਕ ਹੋਏਗੀ, ਤਾਂ ਤੁਸੀਂ ਆਪਣੇ ਪੈਸੇ ਮਿੱਟੀ ਕਰ ਲਓਗੇ, ਬਰਬਾਦ ਕਰ ਲਓਗੇ। ਜੇਕਰ ਚੰਡੀਗੜ੍ਹ ਪ੍ਰਸ਼ਾਸਨ ਦੇ ਅਸੀਂ ਹੁਕਮਾਂ ਨੂੰ ਲਾਗੂ ਕਰਾਂਗੇ, ਜੇ ਉਹਨਾਂ ਨੂੰ ਸਹੀ ਸਮਝਾਂਗੇ ਤਾਂ। ਕਿਉਂਕਿ ਪੈਟਰੋਲ ਵਾਲੇ ਟੂ ਵੀਲਰਸ ਜਿਹੜੇ ਨੇ ਉਹ ਬੰਦ ਹੋਣ ਜਾ ਰਹੇ ਨੇ। ਚੰਡੀਗੜ੍ਹ ਪ੍ਰਸ਼ਾਸਨ ਯੂਟੀ ਹੈ, ਸਾਡੇ ਦੇਸ਼ ਦੇ ਵਿੱਚ 8-9 ਜਿਹੜੇ ਯੂਟੀ ਨੇ ਉਹਨਾਂ 'ਚੋਂ ਇੱਕ ਹੈਗਾ, ਤੇ ਇੱਥੇ ਹੁਕਮ ਜਾਰੀ ਹੋ ਚੁੱਕੇ ਨੇ। ਗਿਣ ਕੇ 18 ਦਿਨ ਬੱਚੇ ਨੇ ਵੀ ਤੁਸੀਂ ਜੇ ਅੱਜ ਤੋਂ ਬਾਅਦ ਖਰੀਦਣਾ ਸਿਰਫ ਈਵੀ ਖਰੀਦਣਾ ਹੈ। ਈਵੀ ਤੋਂ ਭਾਵ ਇਲੈਕਟ੍ਰੋਨਿਕ ਗੱਡੀ ਖਰੀਦਣੀ ਹੈ ਜਿਹੜੀ ਕਿ बैटरी ਨਾਲ ਚੱਲਦੀ ਹੈ, ਜਿਸ 'ਚ ਕੋਈ ਪੈਟਰੋਲ ਨਹੀਂ, ਕੋਈ ਡੀਜ਼ਲ ਨਹੀਂ। ਫੈਸਲਾ ਕਿੰਨਾ ਕੁ ਲਾਭਕਾਰੀ ਹੈਗਾ ਕਿ ਲੋਕਾਂ ਨੂੰ ਵਾਕਈ ਈਵੀ ਗੱਡੀਆਂ ਦੀ ਲੋੜ ਹੈਗੀ ਹੈ। ਚੰਡੀਗੜ੍ਹ ਦਾ ਐਟਮੋਸਫੀਅਰ ਹੈ ਜਿਹੜਾ ਇੱਦਾਂ ਦਾ ਹੈਗਾ ਕਿ ਈਵੀਸ ਗੱਡੀਆਂ ਇੱਥੇ ਸਕਸੈਸਫੁਲ ਹੋਣਗੀਆਂ। ਸਾਡੇ ਨਾਲ ਇਸ ਖੇਤਰ ਨਾਲ ਜੁੜੇ ਹੋਏ ਲੰਮੇ ਸਮੇਂ ਤੋਂ ਕੰਮ ਕਰ ਰਹੇ ਨੇ ਰਾਮ ਕੁਮਾਰ ਗਰਗ ਜੀ, ਉਹ ਵੀ ਮੌਜੂਦ ਹੈਗੇ ਨੇ, ਭਾਈ ਬਲਵਿੰਦਰ ਸਿੰਘ ਜੀ ਵੀ ਹੈਗੇ ਨੇ, ਤੇ ਸੋਸ਼ਲੀ ਜੇ ਆਪਾਂ ਦੇਖਾਂਗੇ ਤਾਂ ਪ੍ਰੇਮ ਕੁਮਾਰ ਗਰਗ ਵੀ ਮਹਿਸੂਸ ਨੇ। ਇਸ ਫੈਸਲੇ ਨੂੰ ਕਿੱਦਾਂ ਲੈਂਦੇ ਆ, ਗੱਲ ਕਰਦੇ ਆ। ਸੋ गर्ग साहब, सबसे पहला सवाल यही कि लंबे समय से पेट्रोल वाले जो टू व्हीलर बनते आ रहे हैं, जो सरकार कह रही है, ये चंडीगढ़ प्रशासन कह रहा है जी कि ये एनवायरनमेंट फ्रेंडली है, वातावरण को हमने हरा भरा रखना है, ये आपको जायज़ कारण लगता है पेट्रोल व्हीकल बंद करने का? देखिए एडमिनिस्ट्रेशन का जो फैसला है एनवायरनमेंट को हमने पॉल्यूशन फ्री बनाना है, बहुत अच्छी बात है। हम उसके साथ हैं, गवर्नमेंट के, एडमिनिस्ट्रेशन के भी साथ हैं। पर उस पॉल्यूशन के अंदर उस कानून को देखते हुए या उस चीज़ को देखते हुए ये तो कुछ नहीं होगा कि भी टू व्हीलर की सेल ही बंद कर दो टोटल। टू व्हीलर की सेल बंद करने से कितना पोल्यूशन कम होएगा? देखिए भारत 4 बना, भारत 6 बना, उसके बाद EV2 भी आ गया, जिसके अंदर पोल्यूशन बहुत निग्लिजिबल है। कारों को देखते हुए तो स्कूटर टू व्हीलर के अंदर तो ये पोल्यूशन है ही नहीं किसी किस्म का। जब से ये इंडिया में टू व्हीलर बना है, पेट्रोल पर चलता आ रहा है, अब EV चालू हुआ है, करते करते EV कहाँ से पूरा करेंगे? आज के दिन हिंदुस्तान के अंदर सारे जो मोटरसाइकिल स्कूटर बनते हैं वो 7 लाख पर ईयर 2022-23 के अंदर 7 लाख बने हैं। उसके वीज़ा-वीज़ जो पेट्रोल के स्कूटर बने हैं वो बने हैं 1.5 करोड़। मतलब आंकड़ा बहुत अंतर है, कहाँ 7 लाख, कहाँ 1.5 करोड़, कहाँ 1.5 करोड़। और इस साल के अंदर जो गवर्नमेंट की नीति योग है उनका कहना है कि भी 10 लाख बनेंगे, उसके अगेंस्ट 1 करोड़ 80 लाख
पेट्रोल के स्कूटर बनेंगे। आज के दिन मोटरसाइकिल कोई पेट्रोल इलेक्ट्रिक का नहीं है। स्कूटर के अंदर अगर है पेट्रोल का है 80-85 हज़ार का, और वही स्कूटर इलेक्ट्रिक का लो तो वो है 1-1.5 लाख का, 1,60,000 का। ये सब्सिडी के बाद, सब्सिडी के बाद 1.5 लाख सब्सिडी के बाद। और उसके बाद एक और है, उसकी जो बैटरी है इलेक्ट्रिक वाले की 32,000 रुपये की बैटरी है, 2 साल 3 साल की लाइफ है उसकी। 2 साल में 3 साल में 32,000 रुपये खर्च करके बैटरी खर्च करेगा, वो नहीं उड़ाएगा। तो मतलब पक्का खर्चा बंद गया अभी। 3 साल बाद मैंने इतना खर्च नहीं है। 3 साल तो ज़्यादा है, 2 साल में भी खत्म हो सकती है बैटरी, क्योंकि इसके स्टार्ट कितनी बारी करता है, कितना चलता है, उसकी लाइफ की उस पर डिपेंड करेगी। बैटरी की क्वालिटी की बात, बैटरी क्वालिटी की बात करेगी। दूसरा सबसे बड़ी बात है, आज के दिन जितनी बड़ी बड़ी कंपनियाँ हैं, एनफील्ड है, सुजुकी है, हीरो है, होंडा है, यामा है, टीवीएस की छोटी मोटी आई हैं, बातें कोई बना ही नहीं रहा अभी। सबका ये है कि 2025 तक बनाएंगे, क्योंकि जब तक कि लिथियम बैटरी की डिस्पोजल, सबसे बड़ा बता रहा हूँ मैं, डिस्पोजल आज के दिन कहीं नहीं है। बैटरी सारे हिंदुस्तान में लिथियम बैटरी की डिस्पोजल का कोई प्रपोजल नहीं है, कोई साधन नहीं है। इसके अलावा दूसरा जो है सबसे बड़ी बात कि आज के दिन अवेलेबिलिटी नहीं है। अगर मान लो 7 लाख और कहाँ 1.5 लाख, 7 लाख साल में और 1.5 लाख एक महीने में, कहाँ से पूरी करोगे, कहाँ से कस्टमर को मिलेगा? इसीलिए उन्होंने कीमतें भी 80-80 हज़ार की बजाय 1.5 लाख रुपए, 2.25 लाख रुपए कीमत रख दी है उसकी। अच्छा, तो कस्टमर से आपकी बात होती होगी, कस्टमर क्या प्रेफर कर रहा है आज भी, ईवी व्हीकल या पेट्रोल व्हीकल? आते हैं ईवी के बारे में, ईवी के बारे में पूछते हैं, ये नहीं कहते हम भी नहीं पूछते हैं तो उनको हम सब चीज़ बता देते हैं भी ये चीज़ है, हमारी तो गाड़ी 2025 में आएगी, इससे पहले इलेक्ट्रिक है। वो कहते हैं जो देसी कंपनियाँ बना रही हैं, कोई बढ़िया कंपनी तो बना नहीं रही, इसलिए हम तो डर के मारी नहीं लेंगे। आज के दिन भी पेट्रोल को रेफर करते हैं। सबसे बड़ी बात एक और है, वो कहते हैं मेरे घर में रात को बिजली नहीं है और मेरी चार्जिंग स्कूटर नहीं हुआ, तो मैं तो 1.5 लाख खर्च करके अपने घर में बिस्तरे में सोऊंगा पड़ के, नौकरी पे जा ही नहीं पाऊंगा, अपनी गैर हाजिरी लगवाऊंगा, एक दिन की तनख्वाह भी खाऊंगा और उसके बाद मेरा वो पैसे भी बेकार गए। तो पेट्रोल में कम से कम आधा लीटर पेट्रोल भी पवा के मैं कम से कम ऑफिस जाके घर तो आ जाऊँगा ना। 2 चीज़ें हैं। तीसरा, गवर्नमेंट ने पॉलिसी बनाई, बड़ी अच्छी बात है भाई। ये तो सोचो, चंडीगढ़ के अंदर पॉलिसी बनाई, चंडीगढ़ इज़ पार्ट ऑफ इंडिया और नॉट, हिंदुस्तान का पार्ट है, सारे हिंदुस्तान में के सारे वर्ल्ड में ये पॉलिसी नहीं है कैपिंग की। देखिए, नीति आयोग नहीं मानता इस बात को भाई, वो कहते हैं 30% 2030 तक होनी चाहिए। अभी पीएमओ की उसमें पीएमओ एडवाइज़र मिस्टर तरुण कपूर, उनकी अध्यक्षता में एक कमेटी बनी है। उन्होंने कहा है कि 2035 तक 35-40% तक ईवी पेनिट्रेशन होनी चाहिए। ये नहीं कहा होगी, होनी चाहिए। अवेयरनेस करेंगे, उसके लिए सब काम करेंगे। आजकल लिथियम बैटरी है कहाँ, सारा इंपोर्ट करना पड़ता है। लिथियम बैटरी की फैक्ट्री इंडिया में है नहीं, बाहर से इंपोर्ट कर रहे हैं। मैन्युफैक्चरिंग भी हमारे पास नहीं है। मैन्युफैक्चरिंग भाई नहीं, बहुत थोड़ी बहुत बैटरी है तो बना रहे हैं, जिसके मटेरियल तो बाहर से आ रहा है ना। अब मोदी जी कहते हैं नहीं, बाहर से कोई चीज़ें मत लाओ, यहाँ इंडिया में बनाओ। मोदी जी कहते हैं कि भी यहाँ इंडिया के अंदर विकास करो, इंडिया मेड चीज़ें को लगाओ, यहाँ नौकरियाँ दो, काम को बढ़ाओ, बिजनेस को बढ़ाओ। चंडीगढ़ गवर्नमेंट कहती है नहीं, आप ये शोरूम बंद करो अपने 2 व्हीलर के, पेट्रोल डीजल के, पंचकुला चले जाओ, मोहाली चले जाओ, यहाँ तक का भी अपनी शॉप बंद करके तुम इलेक्ट्रिक ले लो। नहीं मिलता तो भाई तुम देख लो कुछ करना है। हमने कहा जी पंजाब हरियाणा सब जगह से मोटरसाइकिल स्कूटर आ रहे हैं, उसका क्या है, उसको बंद कर दो आप। कहते नहीं, वो नहीं बंद कर सकते, हम चार्जेस बढ़ा रहे हैं। किस चीज़ के चार्जेस बढ़ा रहे हैं? रजिस्ट्रेशन चार्जेस बढ़ा रहे हैं कारों पे। अरे भाई, जब तुम स्कूटर मोटरसाइकिल ही बंद कर दोगे रजिस्ट्रेशन, तो चार्जेस किसके लिए बढ़ा रहे हैं आप? हरियाणा से पंजाब से आने को गाड़ियाँ बंद कर रहे हो। फिर तीसरी बात ये है, गवर्नमेंट, चंडीगढ़ गवर्नमेंट, सारी गाड़ियाँ उनके पास आज के दिन पेट्रोल डीजल है। क्या उन्होंने अपने गाड़ियों को, स्टाफ को कह दिया भी आज के बाद इलेक्ट्रिक चलेगा और 2 व्हीलर कोई पेट्रोल डीजल गाड़ी के अंदर दफ्तर में नहीं आएगा? उनके पास है नहीं है। गवर्नर साहब के यहाँ 30 गाड़ियों का काफिला है, कौन सी इलेक्ट्रिक है, कौन सी गाड़ी इलेक्ट्रिक है बताएं? वो बिल्कुल ठीक है। एडवाइजर साहब के पास कौन सी है? कुछ भी नहीं है। अभी गवर्नमेंट, चंडीगढ़ गवर्नमेंट की पुलिस डिपार्टमेंट ने 30 गाड़ियाँ सफारी ली हैं, टाटा सफारी कवच के नाम से, ताकि शहर के अंदर एक डीजल होंगी सारी, वो सारी डीजल पेट्रोल है। तो क्यों नहीं इलेक्ट्रिक ले लेते वो? क्योंकि वो 60 लाख की है, ये 15 लाख में काम हो जाएगा उनका। ਸੋ ਬਲਵਿੰਦਰ ਸਿੰਘ ਜੀ, ਤੁਹਾਡੇ ਤੱਕ ਆ ਰਿਹਾ ਇੱਕ ਆਮ ਬੰਦਾ, ਜਦੋਂ 50-60 ਪੈਸੇ ਵੀ ਤੇਲ ਦੇ ਵੱਧਦੇ ਆ ਹੈ, ਲੋਕਾਂ ਨੂੰ ਸਾਨੂੰ ਲੱਗਦਾ ਕਿ ਬੜਾ ਬਜਟ ਸਾਡਾ ਹਿਲ ਜਾਏਗਾ। ਸੋ ਨਹੀਂ, ਤੁਹਾਨੂੰ ਬੈਨੀਫੀਸ਼ੀਅਲ ਨਹੀਂ ਲੱਗ ਰਿਹਾ ਫਿਰ ਵੀ ਇਲੈਕਟ੍ਰਿਕ ਆ ਜਾਣਗੀਆਂ, ਪੈਟਰੋਲ ਦਾ ਖਰਚਾ ਨਹੀਂ, ਡੀਜ਼ਲ ਦਾ ਖਰਚਾ ਨਹੀਂ? ਇੰਝ ਹੈ ਜੀ ਕਿ ਹਰ ਬੰਦਾ ਚੰਡੀਗੜ੍ਹ ਦੇ ਅੰਦਰ ਨਹੀਂ 2 ਵੀਲਰ ਆਪਣਾ ਘੁਮਾਉਂਦਾ। ਉਹਨੂੰ ਘੁਮਾਉਣ ਵਾਸਤੇ ਚਾਹੀਦਾ ਹੈ ਜੀ ਕਿ ਅਗਰ ਉਹ ਚੰਡੀਗੜ੍ਹ ਤੋਂ 20 ਕਿਲੋਮੀਟਰ 50 ਕਿਲੋਮੀਟਰ ਦੂਰ ਵੀ ਜਾਣਾ ਹੈ ਤੇ ਈਵੀ ਨਹੀਂ ਜਾ ਸਕਦੀ। ਕਾਸਟ ਦੀ ਗੱਲ ਨਹੀਂ ਹੈ ਜੀ, ਮੇਨ ਚੀਜ਼ ਹੈ ਕਸਟਮਰ।
ਕਸਟਮਰ ਨੂੰ ਕਾਸਟ ਤੇ ਪਏਗੀ ਇਹਦੀ ਵੀ, ਉਹਨੂੰ ਜਦੋਂ 3 ਸਾਲ ਬਾਅਦ ਬੈਟਰੀ ਚੇਂਜ ਕਰਾਣੀ ਪਏਗੀ 30-32 ਹਜ਼ਾਰ ਰੁਪਏ ਦੀ, ਉਹਦੇ ਵਾਸਤੇ ਵੀ ਲੋਨ ਲੈਣਾ ਪਏਗਾ ਇੱਕ ਮਿਡਲ ਕਲਾਸ ਜਾਂ ਲੋਅਰ ਮਿਡਲ ਕਲਾਸ ਆਦਮੀ ਨੂੰ, ਭਾਵੇਂ ਛੋਟਾ ਲੋਨ ਲਵੇ, ਚਾਹੇ ਛੋਟਾ ਲੋਨ ਲੈਣਾ ਪਏਗਾ। ਔਰ 2 ਵੀਲਰ ਜਿਹੜਾ ਵੀ ਹੈ ਉਹ ਹੁਣ ਤੁਸੀਂ ਅਗਰ ਕੱਲ ਕਸੋਲੀ ਜਾਣਾ ਚਾਹੁੰਦੇ ਹੋ, ਕਿਧਰੇ ਵੀ ਜਾਣਾ ਚਾਹੁੰਦੇ ਹੋ, EV ਜਾਏਗੀ ਨਹੀਂ ਉਹਦੇ ਤੇ। ਸੈਕਿੰਡ ਚੀਜ਼ ਹੈ ਸਾਡੇ ਇੱਥੇ ਟੂਰਿਜ਼ਮ ਹੈ, ਟੂਰਿਜ਼ਮ ਸਾਡੇ ਰੈਂਟਲ ਬਾਈਕਸ ਬਹੁਤ ਜਾਂਦੇ ਹੈ ਜਿਹਦੇ ਤੇ ਕਸਟਮਰ ਬਾਹਰੋਂ ਆਉਂਦਾ ਹੈ। ਚੰਡੀਗੜ੍ਹ ਦਾ ਟੂਰਿਜ਼ਮ ਵੀ ਵੱਧਦਾ ਹੈ, ਉਹ ਇੱਥੋਂ ਲੇਹ ਲਦਾਖ ਮੋਟਰਸਾਈਕਲ ਰੈਂਟਲ ਲੈ ਕੇ ਜਾਂਦੇ। ਚੰਡੀਗੜ੍ਹ ਤਕਰੀਬਨ 70 ਤੋਂ 80 ਰੈਂਟਲ ਕੰਪਨੀਆਂ ਹੈ ਜਿਹੜੀਆਂ ਬਾਈਕਸ ਰੈਂਟਲ ਕਰਦੀਆਂ। ਠੀਕ ਹੈ। ਜਦੋਂ ਉਹਨਾਂ ਦੀ ਬਾਈਕਸ ਹੀ ਨਹੀਂ ਉਹਨਾਂ ਨੂੰ ਮਿਲਣਗੀਆਂ, ਉਹ ਰੈਂਟਲ ਦਾ ਧੰਦਾ ਬੰਦ ਹੋ ਜਾਏਗਾ। ਚੰਡੀਗੜ੍ਹ ਦੇ ਟੂਰਿਜ਼ਮ ਨੂੰ ਵੀ ਫਰਕ ਪਏਗਾ ਉਹਦੇ ਨਾਲ। ਔਰ ਇਹਦੀ ਕਾਸਟ ਇੰਨੀ ਵੱਧ ਗਈ ਹੈ। 2 ਵੀਲਰ ਤੁਸੀਂ ਇੱਕ ਚੀਜ਼ ਦੇਖੋ, ਇੱਕ ਐਕਟਿਵਾ ਜਾਂ ਇੱਕ ਸੁਜ਼ੂਕੀ ਸਕੂਟਰ 70 ਤੋਂ 80 ਹਜ਼ਾਰ ਦਾ ਆਉਂਦਾ ਹੈ। ਇੱਕ EV ਜਿਹੜੀ ਆਉਂਦੀ ਹੈ 1,50,000 1,60,000 ਦੀ, ਲੱਖ ਤੋਂ ਉੱਪਰ ਹੀ ਹੈ, 1.5 ਲੱਖ ਦੀ ਹੈ। 1.5 ਲੱਖ ਉਹਦੀ ਚਾਰਜਿੰਗ ਦੀ ਪ੍ਰੋਬਲਮ। ਸਰ ਨੇ ਬਿਲਕੁਲ ਠੀਕ ਕਿਹਾ ਜੀ ਕਿ ਉਹ ਬੰਦਾ ਚਾਰਜ ਕਿੱਥੇ ਕਰੇਗਾ। क्या चंडीगढ़ को इन्नी इलैक्ट्रिसिटी है कि और क्योंकि जो EV आ जाएंगे डबल हो जाएगा इलैक्ट्रिसिटी का। इस पहले तो पूरे शहर में बाहरों लैके तो बिजली दे रहे हैं, जो डबल हो जाएगी इलैक्ट्रिसिटी तो वो कितों पूरी करनगे। ਚਾਰਜਿੰਗ ਨੂੰ ਤੁਸੀਂ ਰਿਸਕਫੁਲ ਕਿੱਦਾਂ ਮੰਨਦੇ ਹੋ ਜੇ ਆਪਾਂ ਬੈਟਰੀ ਲਾ ਕੇ ਛੱਡ ਦਾਂਗੇ? ਚਾਰਜਿੰਗ ਰਿਸਕਫੁਲ ਹੈ? बिल्कुल रिस्कफुल है जी। ਇਹਦੇ 'ਚ ਕਦੀ ਵੀ ਅੱਗ ਲੱਗ ਸਕਦੀ ਹੈ। ਜਿਨ ਸਾਡਾ ਮੋਬਾਈਲ ਹੈ, ਮੋਬਾਈਲ ਫਿਰ ਵੀ ਨਵੇਂ ਆ ਗਏ, ਲੇਕਿਨ EV ਦੀ ਬੈਟਰੀ ਕਿੰਨੇ ਕੇਸਿਸ ਹੋਏ ਆ ਜਿਨ੍ਹਾਂ ਵਿੱਚ ਚਾਰਜਿੰਗ ਤੇ ਲਗਾਉਣ ਤੋਂ ਬਾਅਦ ਅੱਗ ਲੱਗ ਗਈ। ਕਿੰਨੇ ਕੇਸਿਸ ਹੈਗੇ ਆ? ਹੈਦਰਾਬਾਦ ਹੋਇਆ ਕੋਈ ਕੇਸ ਲੇਟੈਸਟ? ਹੈਦਰਾਬਾਦ ਇੱਕ ਹੋਇਆ ਜੀ, EV ਦੀ ਇੱਕ ਡੀਲਰਸ਼ਿਪ ਸੀਗੀ, ਉਹਦੇ ਉੱਪਰ ਹੋਟਲ ਸੀਗਾ। ਅੱਜ ਤੋਂ ਆਈ ਥਿੰਕ 6 ਮਹੀਨੇ ਪੁਰਾਣੀ ਗੱਲ ਹੈ। ਉਹਦੇ ਰਾਤ ਨੂੰ ਬੈਟਰੀ ਉਹਨੂੰ ਅੱਗ ਲੱਗ ਗਈ EV ਸਕੂਟੀ ਨੂੰ, ਤੇ ਹੋਟਲ ਵੀ ਜਲ ਗਿਆ ਜਿਹਦੇ ਵਿੱਚ 10 ਬੰਦੇ ਜਲੇ। ਉਹ ਸੇਫਟੀ ਨਹੀਂ ਹੈ। ਅਗਰ ਮੈਂ ਕਿਸੇ ਨੂੰ ਵੀ ਕੋਈ ਕਹੇ ਕਿ ਮੈਂ ਆਪਣੀ EV ਸਕੂਟਰ ਤੁਹਾਡੇ ਘਰ ਖੜੀ ਕਰ ਦਿਆਂ, ਉਹ ਸਿੱਧਾ ਕਹੇਗਾ ਜੀ ਬਾਹਰ ਖੜੀ ਕਰ ਦਿਓ, ਪਤਾ ਨਹੀਂ ਕਦੋਂ ਅੱਗ ਲੱਗ ਜਾਏ। ਪ੍ਰਸ਼ਾਸਨ ਦਾ ਕਹਿਣਾ ਵੀ ਆਪਾਂ এনवायरमेंट ਨੂੰ ਅੱਗੇ ਵਧਾਉਣਾ, ਆਪਾਂ ਇਹ ਤੁਹਾਨੂੰ ਕਿੰਨਾ ਜਸਟੀਫਾਈ ਰੀਜ਼ਨ ਲੱਗਦਾ? ਨਹੀਂ, ਇਹ ਜਸਟੀਫਾਈ ਨਹੀਂ ਹੈ, ਕਿਉਂਕਿ ਜਦੋਂ ਲੀਥੀਅਮ ਬੈਟਰੀ ਬਣਦੀ ਉਹ ਕਿੰਨਾ ਪੋਲਿਊਸ਼ਨ ਕਰਦੀ ਹੈ। ਜਿੰਨਾ ਸਾਡਾ ਸਕੂਟਰ ਪੂਰੀ ਉਮਰ 'ਚ ਨਹੀਂ ਕਰਦਾ, ਸਾਰਾ ਨਹੀਂ ਕਰਦਾ, ਉਸ ਤੋਂ ਜ਼ਿਆਦਾ ਲੀਥੀਅਮ ਬੈਟਰੀ ਬਣਦੇ ਹੋਏ ਉਹ ਪੋਲਿਊਸ਼ਨ ਕਰ ਰਹੀ। ਬੈਟਰੀ ਵੇਸਟ ਵੀ ਚੈਲੰਜ ਹੋਏਗਾ ਫਿਰ? ਬਿਲਕੁਲ ਬੈਟਰੀ ਵੇਸਟ ਚੈਲੰਜ ਹੋਏਗਾ। ਇਹਦੀ ਕੋਈ ਇਹਨਾਂ ਕੋਲ ਪਾਲਿਸੀ ਨਹੀਂ ਹੈਗੀ। ਸਕ੍ਰੈਪ ਕਿੱਥੇ ਕਰਨੀ ਹੈ? ਕੋਈ ਸਕ੍ਰੈਪ ਹੋਣ ਦੀ ਡਿਸਪੋਜ਼ਲ ਦੀ ਪਾਲਿਸੀ ਨਹੀਂ ਹੈ। ਔਰ ਹਰ 3 ਸਾਲ ਬਾਅਦ ਸਕੂਟਰ ਅਗਰ 7 ਲੱਖ ਸਾਲ ਦਾ ਬਣ ਰਿਹਾ ਅਜੇ, ਇਹ 22 ਲੱਖ 21 ਲੱਖ 3 ਸਾਲ ਬਾਅਦ ਬੈਟਰੀਆਂ ਕਿੱਥੋਂ ਕਰਨਗੇ ਰਿਪਲੇਸ? ਕਿੱਥੇ ਜਗ੍ਹਾ ਹੈਗੀ 22 ਲੱਖ? ਅਜੇ ਤੇ ਉਹ ਵਿਕੀ ਬਾਣੀ ਬਹੁਤ ਘੱਟ ਰਿਹਾ ਹੈ। ਇਹ ਬੈਟਰੀਆਂ ਕਿੱਥੇ ਉਹ ਸਕ੍ਰੈਪ ਕਰਨਗੇ? ਇਹਦੀ ਕੋਈ ਪਾਲਿਸੀ ਨਹੀਂ ਹੈ। ਸਿਟੀ ਦੇ ਅੰਦਰ ਸਿਰਫ ਸਾਨੂੰ ਉਹ ਇੱਕ ਨਵਾਂ ਪੋਲੂਸ਼ਨ ਆ ਜਾਏਗਾ, ਉਹ ਨਵਾਂ ਇੱਕ ਪੋਲੂਸ਼ਨ ਆਏਗਾ। ਸੈਕਿੰਡ ਚੀਜ਼ ਇਹਨਾਂ ਨੇ ਚੰਡੀਗੜ੍ਹ 'ਚ ਜਿਹੜੀ ਹੈ ਬੰਦ ਕਰ ਰਹੇ ਆ, ਇਹਦੇ ਨਾਲ 17 ਡੀਲਰਸ਼ਿਪਸ ਬੰਦ ਹੋ ਜਾਣਗੇ। ਸਾਡੇ 2500 ਇੰਪਲੋਈਜ਼ ਹੈ ਸਾਡੀ ਡੀਲਰਸ਼ਿਪਸ ਦੇ, ਉਹ ਸਾਰੇ ਬੇਰੁਜ਼ਗਾਰ ਹੋ ਜਾਣਗੇ ਕਿਉਂਕਿ ਸਾਨੂੰ ਡੀਲਰਸ਼ਿਪਸ ਬੰਦ ਕਰਨੀਆਂ ਪੈਣਗੀਆਂ। ਡੀਲਰ ਵੀ ਬੇਰੁਜ਼ਗਾਰ ਹੋਣਗੇ ਹੀ, ਡੀਲਰ ਵੀ ਬੇਰੁਜ਼ਗਾਰ ਹੋਣਗੇ, ਉਹ ਵੀ ਹੋਣਗੇ। ਔਰ ਇੱਕ ਚੀਜ਼ ਹੋਰ, ਸਾਡੇ ਕੰਪਨੀਆਂ ਨੇ ਸ਼ੋਰੂਮਾਂ 'ਤੇ ਪੈਸਾ ਬਹੁਤ ਲਗਵਾਇਆ ਹੁੰਦਾ ਜੀ, ਔਰ ਕਈ ਚੀਜ਼ਾਂ ਜਿਹੜੀਆਂ ਰਿਟਰਨ ਨਹੀਂ ਹੁੰਦੀਆਂ। ਕਈ ਸਾਡੀਆਂ ਡੀਲਰਸ਼ਿਪਸ, ਸਾਡੀ ਮੀਟਿੰਗ ਉਹ ਬੈਂਕਰਪਟ ਹੋ ਜਾਣਗੇ। ਗਵਰਨਮੈਂਟ ਖੁਦ ਚਾਹ ਕੇ ਕਰਕੇ ਸਾਡੇ ਡੀਲਰਸ ਨੂੰ ਬੈਂਕਰਪਟ ਕਰਾਉਣਾ ਚਾਹ ਰਹੀ ਹੈ। ਦੀਵਾਲੀਆ ਹੋ ਜਾਓਗੇ? ਬਿਲਕੁਲ ਦੀਵਾਲੀਆ ਹੋਣਗੇ ਜੀ ਉਹਦੇ ਨਾਲ, ਕਿਉਂਕਿ ਉਹਨਾਂ ਦੀ ਸੇਲ ਨਹੀਂ ਹੋਣੀ ਆ, ਸ਼ੋਰੂਮ ਬੰਦ ਹੋਣਗੇ। ਬੈਂਕ ਦਾ ਪੈਸਾ ਕਿੱਥੋਂ ਵਾਪਸ ਕਰਨਗੇ? ਕਿਉਂਕਿ ਜਿਹੜਾ ਹੁਣ ਸ਼ੋਰੂਮਾਂ 'ਤੇ ਸਾਡਾ 1.5 ਕਰੋੜ ਰੁਪਇਆ ਲੱਗਿਆ ਹੋਇਆ, 2-2 ਕਰੋੜ 1.5 ਕਰੋੜ ਕੰਪਨੀਆਂ ਨੇ ਲਗਵਾਇਆ, ਉਹ ਪੈਸਾ ਤਾਂ ਜ਼ੀਰੋ ਹੋ ਗਿਆ, ਮਿੱਟੀ ਹੈ, ਉਹ ਬਿਲਕੁਲ ਮਿੱਟੀ ਹੈ ਜੀ। ਸੋ ਗਰਗ ਸਾਹਿਬ, ਤੁਸੀਂ ਬਤੌਰ CA ਵੀ, ਤੁਹਾਡੇ ਪ੍ਰੋਫੈਸ਼ਨ ਦੇ ਤੌਰ ਤੇ ਵੀ ਦੇਖੀਏ, ਇੱਕ ਆਮ ਬੰਦੇ ਦੇ ਤੌਰ ਤੇ ਵੀ, ਕਿਉਂਕਿ ਕਾਰ ਸਕੂਟਰ ਤੁਹਾਡੇ ਕੋਲ ਵੀ ਹੋਏਗਾ, ਤੇ ਇਹ ਕਿੰਨਾ ਕੁ ਤੁਹਾਨੂੰ ਜਸਟੀਫਾਈ ਲੱਗਦਾ? ਇਹ ਦੇਖੋ, ਇੱਕ ਯੂਨੀਵਰਸਲ ਰੂਲ ਹੁੰਦਾ ਹੈ, ਹਰ ਇੱਕ ਚੀਜ਼ ਫੇਜ ਆਊਟ ਹੁੰਦੀ ਹੈ। ਜਿਸ ਤਰ੍ਹਾਂ ਪਹਿਲਾਂ ਟੈਲੀਫੋਨ ਹੁੰਦੇ ਸੀਗੇ, ਮੋਬਾਈਲ ਆ ਗਏ, ਹੌਲੀ ਹੌਲੀ ਕਰਕੇ ਟੈਲੀਫੋਨ ਫੇਜ ਆਊਟ ਹੋ ਗਏ। ਕਿਉਂਕਿ ਬੇਸਿਕਲੀ ਤੁਸੀਂ ਇਹ ਨਹੀਂ ਕਹਿੰਦੇ ਕਿ ਟੈਲੀਫੋਨ ਰੱਖਣਾ ਬੰਦ ਕਰ ਦਿਓ, ਹੁਣ ਮੋਬਾਈਲ ਸ਼ੁਰੂ ਕਰ ਦਿਓ। ਜਾਂ ਸੋਲਰ ਦਾ ਹੈਗਾ, ਸੋਲਰ ਪੈਨਲ ਆਏ ਨੇ, ਲੇਕਿਨ ਤੁਸੀਂ ਇਹ ਨਹੀਂ ਕਹਿ ਸਕਦੇ ਜੀ ਜੋ ਕੋਲ ਵਾਲੇ ਥਰਮਲ ਪਲਾਂਟ ਹੈ ਉਹ ਬੰਦ ਕਰ ਦਿਓ। ਆਟੋਮੈਟਿਕਲੀ ਜਿਹੜਾ ਐਵੋਲੂਸ਼ਨ ਹੈ, ਆਟੋਮੈਟਿਕਲੀ ਚੀਜ਼ਾਂ ਫੇਜ ਆਊਟ। ਜੇ ਇਲੈਕਟ੍ਰੀਕਲ ਵਹੀਕਲ ਕੋਸਟ ਇਫੈਕਟਿਵ ਹੋਣਗੇ, ਪੋਲਿਊਸ਼ਨ ਦੇ ਨਾਲ ਫਰੈਂਡਲੀ ਹੋਣਗੇ, ਤਾਂ ਨੈਚੁਰਲੀ ਜਿਹੜੇ ਵਹੀਕਲ ਹੈਗੇ ਇਹਦੇ ਪੈਟਰੋਲ ਦੇ, ਉਹ ਆਪਣੇ ਆਪ ਹੌਲੀ ਹੌਲੀ ਫੇਜ ਆਊਟ ਹੋ ਜਾਣਗੇ। ਅਤੇ ਦੂਸਰਾ ਕੀ ਹੈ ਕਿ ਸਾਰੇ ਇੰਡੀਆ 'ਚ ਕਿਤੇ ਵੀ ਇਹ ਰੂਲ ਨਹੀਂ ਬਣਿਆ ਅਜੇ ਕਿ ਜੀ ਤੁਸੀਂ 1 ਜੁਲਾਈ ਤੋਂ ਬੰਦ ਕਰ ਦਿਓ। ਸਿਰਫ ਚੰਡੀਗੜ੍ਹ ਇਕੱਲਾ, ਚੰਡੀਗੜ੍ਹ ਤੋਂ ਬਹੁਤ ਜ਼ਿਆਦਾ ਇੰਨਾ ਪੋਲਿਊਸ਼ਨ ਦੀ ਪ੍ਰੋਬਲਮ ਹੀ ਨਹੀਂ, ਦਿੱਲੀ 'ਚ ਬਹੁਤ ਬੜੀ ਪ੍ਰੋਬਲਮ, ਬੰਬੇ 'ਚ ਬਹੁਤ ਬੜੀ ਪ੍ਰੋਬਲਮ ਹੈ। ਉਹਨਾਂ ਜਦੋਂ ਸਟੇਟਸ ਨੇ ਨਹੀਂ ਕੀਤਾ, ਤੇ ਚੰਡੀਗੜ੍ਹ 'ਚ ਐਡੀ ਵੱਡੀ ਆਫਤ ਆ ਗਈ ਕਿ ਚੰਡੀਗੜ੍ਹ ਤੁਸੀਂ 1 ਜੁਲਾਈ ਤੋਂ ਸਾਰੇ ਇਹ ਚੀਜ਼ ਬੰਦ ਕਰ ਦਿਓ। ਬੰਦ ਨਹੀਂ ਕਰਨਾ ਚਾਹੁੰਦੇ, ਐਨਕਰੇਜ ਕਰਨਾ ਚਾਹੁੰਦੇ। ਪੋਲੀਟੀਕਲੀ ਤੁਹਾਡੇ ਐਂਗਲ ਤੋਂ ਸੋਚੋ, ਕੋਈ ਸਰਕਾਰਾਂ ਦੀ ਕੋਈ EV ਵਹੀਕਲ ਵਾਲਿਆਂ ਨਾਲ ਕੋਈ ਸਾਂਠ ਗਾਂਠ ਲੱਗਦੀ ਹੈ ਵੀ ਇਸ ਚੀਜ਼ ਨੂੰ ਪ੍ਰਮੋਟ ਕਰਨਾ? ਦੇਖੋ, ਮੈਂ ਕੋਈ ਐਲੀਗੇਸ਼ਨ ਨਹੀਂ ਲਗਾਉਣਾ ਚਾਹੁੰਦਾ। ਨਹੀਂ, ਐਲੀਗੇਸ਼ਨ ਨਹੀਂ ਲੱਗਦਾ ਹੈ, ਕੋਈ ਸ਼ੱਕ ਪੈਂਦਾ ਹੈ? ਨਹੀਂ, ਹੋ ਸਕਦਾ ਕਿ ਪ੍ਰਮੋਟ ਕਰਨ ਵਾਸਤੇ, ਉਸ ਲੌਬੀ ਨੂੰ ਪ੍ਰਮੋਟ ਕਰਨ ਵਾਸਤੇ ਇਹਨਾਂ ਨੂੰ ਕੀਤਾ ਗਿਆ ਹੋਵੇ, ਲੇਕਿਨ
ਲੇਕਿਨ ਦੈਟ ਡਜ਼ਨਟ ਮੇਕ ਸੈਂਸ। ਸਿੰਪਲ ਹੈ ਕਿ ਇਹਨੂੰ ਤੁਸੀਂ ਕੰਪਲਸਰੀ ਨਾ ਕਰੋ, ਮੇਕ ਇਟ ਆਪਸ਼ਨਲ, ਜਿਹੜਾ ਲੋਕਾਂ ਨੂੰ ਅੱਛਾ ਲੱਗੇਗਾ। ਜ਼ਬਰਦਸਤੀ ਕਰ ਰਹੀ ਹੈ ਸਰਕਾਰ। ਜ਼ਬਰਦਸਤੀ ਕਰਨਾ, ਦੇਖੋ ਜ਼ਬਰਦਸਤੀ ਤੁਸੀਂ ਸਕੂਟਰ ਨਹੀਂ ਵੇਚ ਸਕਦੇ, ਗਵਰਨਮੈਂਟ ਦਾ ਕੰਮ ਵੀ ਨਹੀਂ ਕਿ ਸਕੂਟਰ ਵੇਚੇ। ਤੇ 1.5 ਲੱਖ ਦੀ ਚੀਜ਼ ਹੈ, 80,000 ਦੀ ਚੀਜ਼ ਹੈ, ਤੇ 80 ਮੈਨੇ ਜੇ ਖਰੀਦਣਾ ਹੋਊਗਾ ਆਪਣੇ ਬੱਚੇ ਵਾਸਤੇ ਮੈਂ 80,000 ਦਾ ਖਰੀਦੂੰਗਾ। ਔਰ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ 32,000 ਦੀ ਬੈਟਰੀ ਉਹਦੇ 'ਚ ਜਿਹੜੀ 2 ਜਾਂ 3 ਸਾਲ ਖਤਮ ਹੋ ਜਾਣੀ ਹੈ, ਤੇ ਇਕਨੋਮਿਕਲੀ ਇਟ ਇਜ਼ ਨਾਟ ਮੇਕਿੰਗ ਐਨੀ ਸੈਂਸ। ਬਾਕੀ ਠੀਕ ਹੈ, ਸ਼ੌਕ ਹੈ, ਇਸ ਦੇ ਕਾਰਾਂ ਦੇ ਵੀ ਕਾਰ ਬਹੁਤ ਮਹਿੰਗੀ ਆ ਰਹੀ ਹੈ ਜਿਹੜੀ ਇਲੈਕਟ੍ਰੀਕਲ ਵਹੀਕਲ ਹੈ। ਕੋਈ 50-60 ਲੱਖ ਦੀ ਗੱਡੀ ਸ਼ੁਰੂ। ਹਾਂ, ਤੇ ਉਹ ਕਿਵੇਂ ਅਫੋਰਡ ਕਰ ਸਕਦੇ ਹੋ? ਇਹਦਾ ਹੌਲੀ ਹੌਲੀ ਇਹਦੀ ਪ੍ਰਾਈਸ ਜਦੋਂ ਕੰਪੀਟੀਟਿਵ ਹੋ ਜਾਏਗੀ तो चीज़ अपने आप चल पड़ेगी। अच्छा, तुसी आप इतने काबिल हो, फर्ज करो जैसे 30 जून के बाद कह दिया सरकार ने हम नई पेट्रोल वाली व्हीकल करके, आप हो कि आप सारी पेट्रोल वाली निकाल के ईवी बाइक ले आओगे? एकदम तो मैनेज कर सकते हो आप? कहाँ से मैनेज होगा? जितना स्टाफ है सबको छुट्टी करनी पड़ेगी, ये मोटरसाइकिल स्कूटर हमारे खड़े हो जाएंगे, जितने पार्ट्स पड़े हैं स्पेयर लेगी कंपनी वापस अगर बना रही है? जब वो एक बारी बिल कर देती है, पैसे ले लिए, उसके बाद कंपनी का कोई मतलब नहीं। कम से कम भी 20-25 लाख के स्पेयर पार्ट्स पड़े हैं, 1 करोड़ रुपये का यहाँ पे स्टॉक खड़ा है, ये हमारा मिट्टी हो जाएगा सारा। मेरे पास कम से कम भी 50 आदमी काम कर रहे हैं, वो 50 के 50 आदमी बाहर जो हैं सड़क पे, उनके साथ 2-4 अगर फैमिली के मेंबर हैं, 200 आदमी की रोजी सब चलेगी बेचारों की। ये हमारे GM साहब हैं यहाँ पे, ये भी बेचारे अभी 10 दिन से यही फिक्र हो रहा है कि क्या जी क्या करेंगे रख साहब, रोज रोने लग गया एक दिन आके, क्या जी 2 बच्चे सही में दिक्कत महसूस हो रही है? 2 बच्चे बहुत ज़्यादा दिक्कत महसूस हो रही है। जो 15-15 साल से यहाँ जॉब कर रहे हैं लोग, वो भी परेशान हैं। अब एक बात और ले लीजिए, अगर यहाँ से किसी कस्टमर को बद्दी जाना हुआ तो रास्ता में चार्जर पॉइंट कहाँ पर है? उसके लिए तो फिर यही होगा ना, एक पीछे से टैक्सी जाए बैटरी लेके। दूसरी बात, बैटरी जो है अगर ओवर चार्जिंग हो रही है, सेल भी तो उसके हीट हो रहे हैं ना, जल्दी ख़राब होगी बैटरी, तो ये लेबर के लिए बहुत प्रॉब्लम आ रही है। सही में रोना आ गया था सोच के। रोना आ गया सब। मेरा ही नहीं, जो एम्प्लॉय काम कर रहे हैं यहाँ, उनका परिवार भी देखना पड़ रहा है। कोई चिंतित है मतलब? बहुत ज़्यादा सब। सर इसमें एक चीज़ और मैं बताना चाहूँगा कि ये 2 व्हीलर की प्रॉब्लम तो है ही है, 4 व्हीलर की प्रॉब्लम भी यही है। अब देखिए ये शोरूम बराबर में खड़ा है होंडा का, इसने अभी कम से कम भी 2-2.5 करोड़ रुपए लगा के सारा रेनोवेट किया 1 साल पहले। अगर मान लो इसकी दिसंबर में ये शोरूम बंद हो गया, इसी तरह मर्सिडीज़ के हैं, ऑडी के हैं, सबके शोरूम हैं, अगर ये सारे बंद हो जाएंगे, गवर्नमेंट का रेवेन्यू गया। कारें लोग चंडीगढ़ की बजाय पंचकुला, मोहाली, बस्ती, फलाना डिंका चंडीगढ़ से बाहर जाएंगे, वो लाएंगे, वहाँ से ला के यहाँ के एड्रेस दे के यहीं पर रजिस्टर कराएंगे और यहीं चलेंगी। मतलब पंजाब और हरियाणा में रजिस्टर करा के यहाँ चलाएंगे, तो मना क्या कर देंगे? कार वाले भी बेचारे रोएंगे बैठ के, हम तो रोना शुरू कर देंगे जुलाई में, वो रोना शुरू करेंगे दिसंबर में हमारे साथ बैठ के। फिर ਭਾਈ ਸਾਜ਼ਿਸ਼ ਕਿੰਨੀ ਕੁ ਲੱਗਦੀ ਹੈ? ਸਰਕਾਰ ਕੋਈ ਪ੍ਰੈਸ਼ਰ ਚ ਆ ਕੇ ਪ੍ਰਮੋਟ ਕਰ ਰਹੀ ਹੈ ਈਵੀ ਸੈਕਟਰ ਨੂੰ? ਬੇਸਿਕਲੀ ਇਹ ਕਿਹ ਚੀਜ਼ ਚਾਹੁੰਦੇ ਆ ਜੀ ਕਿ ਚੰਡੀਗੜ੍ਹ ਨੂੰ ਸਾਡਾ ਨਾਮ ਆਏ ਕਿ ਅਸੀਂ ਇਹਨੂੰ EV ਸਿਟੀ ਬਣਾਤਾ ਹੈ, ਹੋਰ ਇਹਦੇ 'ਚ ਕੁਝ ਨਹੀਂ ਹੈ। ਕੋਈ EV ਕੋਈ ਉਹਨਾਂ ਨੂੰ ਵੀ ਪਤਾ ਕਿ ਭਾਵੇਂ ਲੋਕਾਂ ਦੀ ਰੋਟੀ ਖੋਲੀ ਹੈ, ਇਹ ਲੋਕਾਂ ਦੀ ਰੋਟੀ ਸਰਕਾਰ ਕਿਸੇ ਨੂੰ ਰੋਜ਼ਗਾਰ ਤੇ ਦੇ ਨਹੀਂ ਰਹੀ, ਔਰ 2500 ਬੰਦਿਆਂ ਦਾ ਰੋਜ਼ਗਾਰ ਛਿਨ ਰਹੀ ਹੈ ਸਿਰਫ ਚੰਡੀਗੜ੍ਹ ਦੇ। ਔਰ ਸਾਡੇ ਨਾਲ ਸਿਰਫ ਇਹ ਤੇ ਸਾਡੇ EMPLOYEES ਹੈ ਜਿਹੜੇ ਇਨਡਾਇਰੈਕਟਲੀ ਸਾਡੇ ਨਾਲ ਜੁੜੇ ਹੋਏ ਹੈ, ਫਾਈਨੈਂਸ ਕੰਪਨੀਆਂ ਵਾਲੇ, ਇੰਸ਼ੋਰੈਂਸ ਕੰਪਨੀਆਂ ਵਾਲੇ, ਅਸੈਸਰੀਜ਼ ਵਾਲੇ, ਕਿੰਨੇ ਬੰਦੇ ਸਾਡੇ ਨਾਲ ਜੁੜੇ ਹੋਏ, ਉਹ ਸਾਰੇ ਬੇਰੋਜ਼ਗਾਰ ਉਹ ਵੀ ਤੇ ਹੋਣਗੇ। ਈਵਨ ਕਿ ਮਕੈਨਿਕ ਵੀ ਲਾ ਲਓ ਜਿਹੜੇ ਮਾਰਕੀਟਾਂ 'ਚ ਬੈਠੇ, ਜਿਹੜੇ ਮਾਰਕੀਟਾਂ 'ਚ ਬੈਠੇ, ਕੰਮ ਜਾਣਾ ਬੰਦ ਹੋ ਜਾਏਗਾ ਉਹਨਾਂ ਕੋਲ। ਹੁਣ ਇਹ ਹੈ ਜੀ ਕਿ ਬਾਹਰੋਂ ਗੱਡੀ ਆਏਗੀ, ਗੱਡੀ ਤੇ ਚੰਡੀਗੜ੍ਹ ਆਣੀ ਹੈ, ਸਾਡੇ ਕੋਲੋਂ ਨਹੀਂ ਵਿਕੇਗੀ। ਔਰ ਚੰਡੀਗੜ੍ਹ ਦਾ ਰੈਵਨਿਊ ਲਾਸ ਕਿੰਨਾ? ਮੇਰੀ 60 ਕਰੋੜ ਦੀ ਸੇਲ ਹੈ, ਉਹਦਾ 28% GST ਲਗਾ ਲਓ ਸਿਰਫ ਮੇਰੇ ਸ਼ੋਰੂਮ ਤੋਂ। ਇੱਕ ਬੰਦਾ ਦੇ ਰਿਹਾ, ਇੱਕ ਮੈਂ ਕੱਲਾ 28% GST ਉਹਦਾ ਜਮ੍ਹਾਂ ਕਰਾ ਰਿਹਾ। 60 ਕਰੋੜ ਦਾ 28% GST ਲਗਾ ਲਓ ਕਿੰਨਾ ਹੈ? ਸਰਕਾਰ ਨੂੰ ਲਾਸ ਹੈਗਾ ਇਹਦਾ। ਤੁਹਾਡੇ ਵਰਗੇ ਹੋਰ ਕਈ ਬੈਠੇ ਆ। ਅਸੀਂ 16 ਡੀਲਰ ਹਾਂ ਜੀ, 16-17 ਡੀਲਰ ਹੈ, ਸਾਰਿਆਂ ਦਾ ਟੋਟਲ ਕਰੋ ਕਿ ਕਿੰਨਾ ਡੀਲਰ ਹੋ। ਪਲੱਸ ਅਸੀਂ ਰੈਵਨਿਊ ਦੇ ਰਹੇ ਹਾਂ ਰਜਿਸਟ੍ਰੇਸ਼ਨ ਕਰਾ ਕੇ। ਹੁਣ 22,000 ਗੱਡੀ ਹਰ ਸਾਲ ਰਜਿਸਟ੍ਰੇਸ਼ਨ ਹੋ ਰਹੀ ਹੈ, ਰਜਿਸਟ੍ਰੇਸ਼ਨ ਦੇ ਚਾਰजेस ਅਸੀਂ ਪੇ ਕਰ ਰਹੇ ਹਾਂ। ਔਰ EV ਫ੍ਰੀ ਹੈ, ਇਹਦੀ ਕੋਈ ਰਜਿਸਟ੍ਰੇਸ਼ਨ ਚਾਰजेस ਨਹੀਂ। ਪ੍ਰਮੋਟ ਕਰਨਾ ਹੈ ਬਿਲਕੁਲ ਕਰੋ, ਅਸੀਂ ਮਨਾ ਨਹੀਂ ਕਰ ਰਹੇ। ਰਜਿਸਟ੍ਰੇਸ਼ਨ ਫ੍ਰੀ ਕਰ ਦਿਓ, ਜੋ ਮਰਜ਼ੀ ਕਰੋ, ਸਾਨੂੰ ਉਹਦੇ ਨਾਲ ਦਿੱਕਤ ਨਹੀਂ ਹੈ। ਅਸੀਂ ਵੀ ਚੰਡੀਗੜ੍ਹ ਰਹਿੰਦੇ ਹਾਂ ਜੀ, ਪਿਛਲੇ ਤਕਰੀਬਨ 1957 ਤੋਂ ਮੇਰੀ ਡੀਲਰਸ਼ਿਪ ਹੈ। ਮੇਰੇ ਗ੍ਰੈਂਡਫਾਦਰ ਨੇ ਸਟਾਰਟ ਕੀਤੀ ਸੀ। ਮੈਂ 3rd ਜਨਰੇਸ਼ਨ ਹੈ, ਮੇਰੇ ਬੇਟੇ ਨੇ 4th ਜਨਰੇਸ਼ਨ ਜਿਹਨੇ ਜੁਆਇਨ ਕੀਤੀ ਹੈ। ਅਸੀਂ 4 ਜਨਰੇਸ਼ਨ ਤੋਂ ਇਹੀ ਕੰਮ ਕਰ ਰਹੇ ਹੋ, ਬੰਦ ਕਰਨਾ ਪਏਗਾ 4 ਜਨਰੇਸ਼ਨ ਦਾ ਬਿਜ਼ਨਸ। ਔਰ ਇਹ 2 ਸਟ੍ਰੋਕ ਨਹੀਂ ਹੈ ਜਿਹੜਾ ਪੋਲਿਊਸ਼ਨ ਕਰਦਾ, ਇਹ ਤਾਂ ਪੋਲਿਊਸ਼ਨ ਹੀ ਨਹੀਂ ਕਰਦਾ 2 व्हीलर। ये 4 स्ट्रोक इंजन है, 4 स्ट्रोक इंजन है। 4 स्ट्रोक इंजन की जो पोल्यूशन है ना, एमिशन है, वो बहुत जीरो के बराबर है। कारों से मतलब कार 4 व्हीलर की तो थोड़ी बहुत हो, इसमें तो पोल्यूशन का नाम ही नहीं है बिल्कुल भी।
जो भारत 6 के बाद EV2 भी आ गए हैं, उसके अंदर है ही नहीं, वही गाड़ियाँ आ रही हैं और कोई गाड़ी बेच भी नहीं सकते। ਕੀ ਐਡਵਾਈਸ ਕੀ ਹੈ ਕੇਂਦਰ ਸਰਕਾਰ ਨੂੰ? ਮੇਰਾ ਤਾਂ ਇਹ ਹੈ ਜੀ, ਇਹ ਜੋ ਵੀ ਚੀਜ਼ ਹੈ ਹੌਲੀ ਹੌਲੀ ਫੇਜ ਆਊਟ ਹੋਏ, ਚੈੱਕ ਆਊਟ ਕੀਤਾ ਜਾਵੇ ਹਾਂ ਪਲਾਨ ਚੈੱਕ ਆਊਟ ਕੀਤਾ ਜਾਵੇ, ਹੌਲੀ ਹੌਲੀ 10% ਹਰ ਸਾਲ ਵਧਾਇਆ ਜਾਵੇ ਪ੍ਰੋਡਕਸ਼ਨ, ਔਰ ਉਹਦੇ ਨਾਲ ਆਪਣੇ ਆਪ ਆਟੋਮੈਟਿਕਲੀ ਲੋਕ ਜਿਹੜੇ ਸਵਿਚ ਓਵਰ ਕਰ ਲੈਣਗੇ, ਔਰ ਐਂਡ ਇਟ ਸ਼ੁੱਡ ਬੀ ਇਕਨੋਮਿਕਲ ਆਲਸੋ। ਜ਼ਬਰਦਸਤੀ ਨਾ, ਮਤਲਬ ਤੁਸੀਂ ਦਿਨ ਦੇ ਉੱਤੇ ਜਿਹੜੇ ਦੇਖੋ ਕੋਈ ਵੀ ਡੈਮੋਕ੍ਰੇਸੀ ਜ਼ਬਰਦਸਤੀ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ, ਐਂਡ ਇਟ ਵਿਲ ਕਾਊਂਟਰ ਫਾਇਰ। ਸੋ ਇੱਕ ਵਾਰ ਤੁਹਾਨੂੰ ਦਿਖਾਵਾਂਗੇ ਵਹੀਕਲ ਇੱਥੇ ਖੜੇ ਹੋਏ ਨੇ, ਜਿਵੇਂ ਰਾਮ ਕੁਮਾਰ ਗਰਗ ਜੀ ਨਾਲ ਗੱਲ ਹੋ ਰਹੀ ਸੀ, ਕਰੋੜਾਂ ਰੁਪਏ ਦੇ ਵਹੀਕਲ ਜੇ ਇੱਕ ਏਜੰਸੀ ਦੇ ਵਿੱਚ ਖੜੇ ਹੋਏ ਨੇ ਤਾਂ ਇੱਕਦਮ ਇਹ ਕਿੱਥੇ ਜਾਣਗੇ, ਕਿਉਂਕਿ ਵਾਪਸ ਤਾਂ ਕਿਸੇ ਨੇ ਲੈਣੇ ਨਹੀਂ ਹੈਗੇ। ਔਰ ਵੀਅਤਨਾਮ ਵਰਗੇ, ਆਪਾਂ ਜੇ ਦੇਸ਼ਾਂ ਦੀ ਗੱਲ ਕਰੀਏ, ਵੀਅਤਨਾਮ ਵਰਗੇ ਮੁਲਕਾਂ ਦੇ ਵਿੱਚ EV ਜਿਹੜੇ ਵਹੀਕਲ ਨੇ ਬੰਦ ਹੋ ਗਏ ਨੇ। ਕਿਉਂ ਹੋ ਗਏ ਨੇ? ਉੱਥੇ ਪਾਵਰ ਕ੍ਰਾਈਸਿਸ ਹੋ ਗਿਆ, ਪਾਵਰ ਸ਼ਾਰਟੇਜ ਦਾ ਇਸ਼ੂ ਉੱਥੇ ਬਣ ਚੁੱਕਾ ਹੈ। ਬਈ ਸਾਡੇ ਕੋਲ ਬਿਜਲੀ ਨਹੀਂ ਹੈ, ਅਸੀਂ ਬਿਜਲੀ ਕਿੱਥੋਂ ਲਿਆਈਏ ਗੱਡੀਆਂ ਚਾਰਜ ਕਰਨ ਲਈ। ਚੰਡੀਗੜ੍ਹ ਦੇ ਵੀ ਇਹੀ ਹਾਲਾਤ ਨੇ। ਚੰਡੀਗੜ੍ਹ ਨਾਲ ਜੇ ਆਪਾਂ ਕਹੀਏ ਨਾਰਥ ਇੰਡੀਆ ਦੇ ਵਿੱਚ ਵੀ ਸਿਚੁਏਸ਼ਨ ਕੀ, ਪੂਰੇ ਦੇਸ਼ 'ਚ ਸਿਚੁਏਸ਼ਨ ਬਣੇਗੀ। ਇਫੈਕਟਡ ਸਭ ਤੋਂ ਪਹਿਲਾਂ ਨਾਰਥ ਇੰਡੀਆ ਹੋਏਗਾ। ਜਿਵੇਂ ਦੱਸਿਆ ਬਲਵਿੰਦਰ ਸਿੰਘ ਨਾਲ ਗੱਲ ਹੋ ਰਹੀ ਸੀ ਕਿ 16-17 ਟੂ ਵੀਲਰ ਡੀਲਰ ਬੈਠੇ ਨੇ, 2500 2,500 ਮੁਲਾਜ਼ਮ ਉਹਨਾਂ ਨਾਲ ਜੁੜਿਆ ਹੈ ਤੇ 100 ਕਰੋੜ ਸਾਲਾਨਾ ਦਾ ਜਿਹੜਾ ਵਹੀਕਲ ਸਿਰਫ ਇੱਕ ਚੰਡੀਗੜ੍ਹ ਵਰਗੇ ਸ਼ਹਿਰ 'ਚੋਂ ਜਿਹੜੇ ਇਹ ਡੀਲਰ ਨੇ ਉਹ ਕਰ ਰਹੇ ਨੇ, 1 ਅਰਬ ਰੁਪਏ ਦੇ ਕਰੀਬ ਜੇ ਉਹ ਦੇ ਰਹੇ ਨੇ। ਤੇ ਇਸ ਤਰ੍ਹਾਂ ਹੀ ਜਿਹੜੇ ਹੋਰ ਨਾਲ ਜੁੜੇ ਹੋਏ ਨੇ ਸਹਾਇਕ ਉਦਯੋਗ ਵਾਲੇ 10,000 ਦੇ ਕਰੀਬ ਅਜਿਹੇ ਪਰਿਵਾਰ ਜਿਹੜੇ ਹੋਣਗੇ, ਲੋਕ ਹੋਣਗੇ, ਬਿਲਕੁਲ ਸੜਕ 'ਤੇ ਆਉਣ ਵਾਲੀ ਗੱਲ ਹੋ ਜਾਏਗੀ ਉਹਨਾਂ ਲਈ। ਸੋ ਕਿਤੇ ਨਾ ਕਿਤੇ ਸਰਕਾਰ ਨੂੰ ਚਾਹੀਦਾ ਥੋੜ੍ਹਾ ਜਿਹਾ ਇਸ ਚੀਜ਼ ਨੂੰ ਉਹ ਧਿਆਨ ਕਰੇ ਕਿ ਜੇ ਇੱਕ ਬੰਦੇ ਦਾ 80,000 ਰੁਪਏ ਲੈ ਕੇ ਉਹਦਾ ਟੂ ਵੀਲਰ ਮਿਲਦਾ ਹੈ ਕੰਮ ਤੇ ਆਉਣ ਜਾਣ ਲਈ, ਡਿਊਟੀ ਜਾਣ ਲਈ, ਤਾਂ 1.5 ਲੱਖ ਰੁਪਏ ਦੀ ਗੱਡੀ ਇੱਕ ਆਮ ਜਿਹੜਾ ਕੋਈ 30 ਤੋਂ 40,000 ਰੁਪਏ ਤਨਖਾਹ ਲੈਂਦਾ ਉਹ ਵੀ ਸ਼ਾਇਦ ਕਰਜ਼ਾ ਲੈ ਕੇ ਹੀ ਲੈ ਸਕੇਗਾ। ਸੋ ਦੇਖਣ ਦੀ ਲੋੜ ਹੈ, ਵਾਚਣ ਦੀ ਲੋੜ ਹੈ ਕਿ ਜੇ ਤੁਸੀਂ ਰੋਜ਼ਗਾਰ ਦੇ ਨਹੀਂ ਸਕਦੇ ਤਾਂ ਇੱਕ ਇਲੈਕਟ੍ਰੋਨਿਕ ਗੱਡੀਆਂ ਦੇ ਨਾਂ 'ਤੇ ਰੋਜ਼ਗਾਰ ਖੋਹਣ ਦਾ ਵੀ ਤੁਹਾਡਾ ਕੋਈ ਹੱਕ ਨਹੀਂ ਬਣਦਾ। ਚੀਜ਼ ਨੂੰ ਦੇਖਣ ਦੀ ਲੋੜ ਹੈ। ਵਿਜੇ ਸ਼ੋਕ ਦੇ ਨਾਲ ਬਲਜੀਤ ਮਰਵਾਹਾ, ਚੰਡੀਗੜ੍ਹ।